बिस्मिल्लाहिर्रहमानिर्रहीम। मेरे भैनों ते भराओ, बुजुर्गों ते जवानों, मेरी तरफों अस्सलाम वालेकुम रहमतुल्लाहि व बरकातहू। ਜਿਹੜੇ ਮੁਸਲਮਾਨਾਂ ਨੇ ਖਾਤਮ ਨਬੀਨ ਦਾ ਤਰਜਮਾ ਆਖਰੀ ਨਬੀ ਕੀਤਾ ਹੋਇਆ ਹੈ, ਉਹਨਾਂ ਨੇ ਨਾ ਸਿਰਫ ਇਹ ਆਖਰੀ ਨਬੀ ਕੀਤਾ ਹੈ ਬਲਕਿ ਕੁਰਾਨ ਸ਼ਰੀਫ ਦੀਆਂ ਬਹੁਤ ਸਾਰੀਆਂ ਆਇਤਾਂ ਜਿਹੜੀਆਂ ਨੇ ਉਹ ਇਸ ਜਿਹੜਾ ਨਾ ਇਸ ਅਕੀਦੇ ਦੀ ਵਜ੍ਹਾ ਨਾਲ ਉਹਨਾਂ ਨੂੰ ਕੁਰਾਨ ਸ਼ਰੀਫ ਦੀਆਂ ਬਹੁਤ ਸਾਰੀਆਂ ਆਇਤਾਂ ਜਿਹੜੀਆਂ ਨੇ ਮਨਸੂਖ ਕਰਨੀਆਂ ਪੈ ਗਈਆਂ ਨੇ। ਉਹਦਾ ਜ਼ਿਕਰ ਮੈਂ ਇਸ ਤੋਂ ਪਹਿਲੇ ਜਿਹੜੀ ਵੀਡੀਓ ਬਣਾਈ ਹੈ ਉਹਦਾ ਜ਼ਿਕਰ ਕਰ ਚੁੱਕਾ। ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਖਤਮੇ ਨਬੂਵਤ ਦੇ ਨਾਲ ਜਿਹੜਾ ਜਿਨ੍ਹਾਂ ਦਾ ਜਿਹੜੇ ਤਰਜਮਾ ਕਰਦੇ ਨੇ ਕਿ ਖਾਤਮ ਨਬੀਨ ਦਾ ਆਖਰੀ ਨਬੀ ਮਤਲਬ ਹੈ, ਉਹਨਾਂ ਦੇ ਵਿੱਚ ਆਪਸ ਵਿੱਚ ਇੰਨਾ ਇਖਤਲਾਫ ਹੈ ਕਿ ਕੋਈ ਇੱਕ ਦੂਏ ਦੇ ਨਾਲ ਉਹਨਾਂ ਦੀ ਐਕਸਪਲੇਨੇਸ਼ਨ ਮਿਲਦੀ ਨਹੀਂ। ਹਰ ਕੋਈ ਆਪਣੀ ਆਪਣੀ ਤਸ਼ਰੀਹ ਪੇਸ਼ ਕਰਦਾ ਹੈ। ਮਸਲਨ ਬਾਤ ਕਹਿੰਦੇ ਨੇ ਕਿ ਜਿਹੜਾ ਈਸਾ ਅਲੈਹਿਸਲਾਮ ਨੇ ਆਉਣਾ ਹੈ, ਉਹ ਜਿਹੜੇ ਨੇ ਉਹ ਨਬੀ ਨਹੀਂ ਹੋਣਗੇ। ਉਹ ਸਿਰਫ ਇੱਕ ਜਿਹੜਾ ਨਾ ਆ ਕੇ ਜਿਹੜਾ ਨਾ ਉੱਥੇ ਦੱਸਣਗੇ ਕਿ ਮੈਂ ਆ ਗਿਆ, ਅਤੇ ਉਹਨਾਂ ਨੇ ਕੋਈ ਮੁਸਲਮਾਨਾਂ ਦੀ ਸਲਾਹ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ, ਸਿਰਫ ਆਉਣਾ ਅਤੇ ਆ ਕੇ ਕਹਿਣਾ ਕਿ ਮੈਂ ਮੁਹੰਮਦ ਰਸੂਲੁੱਲਾਹ ਦਾ ਉਮਤੀ ਨਬੀ ਹਾਂ। ਇੰਨਾ ਲਿਲਾਹਿ व ਇੰਨਾ ਇਲੈਹਿ ਰਾਜਿਊਨ। ਖੁਦਾ ਤਾਲਾ ਨੇ ਉਹਨੂੰ ਬਗੈਰ ਵਜ੍ਹਾ ਤੋਂ ਜਿਹੜਾ ਨਾ ਵਾਪਸ ਲਾ ਦੇਣਾ, ਕਿਉਂਕਿ ਉਮਤੀ ਦੇ ਉੱਤੇ ਈਮਾਨ ਲਿਆਉਣਾ ਤਾਂ ਜ਼ਰੂਰੀ ਕੋਈ ਨਹੀਂ, ਕੁਰਾਨ ਤੇ ਕਹਿੰਦਾ ਨਹੀਂ ਲਿਆਉਣ। ਔਰ ਉਮਤੀ ਦੀ ਨਬੀ ਦੀ ਤਬਾਹ ਕਰਨਾ, ਉਹਦੀ ਪੈਰਵੀ ਕਰਨਾ ਜਿਹੜਾ ਉਹ ਵੀ ਕੋਈ ਵੀ ਇਸਲਾਮ ਵਿੱਚ ਜ਼ਰੂਰੀ ਨਹੀਂ ਕਿਹਾ ਗਿਆ। ਅਤੇ ਮੈਨੂੰ ਇਹੀ ਲੱਗਦਾ ਹੈ ਕਿ ਉਹਨਾਂ ਨੇ ਫਿਰ ਅੰਬ ਲੈਣ ਹੀ ਆਉਣਾ, ਕੱਖ ਨਹੀਂ ਕਰਨਾ ਉਹਨਾਂ ਨੇ ਆ ਕੇ। ਬਸ ਕਹਿੰਦੇ ਨੇ ਕਿ ਉਹ ਕਿਉਂਕਿ ਕੁਰਾਨ ਕਹਿੰਦਾ ਬਨੀ ਇਸਰਾਈਲ ਦੀ ਤਰਫੋਂ ਨਬੀ ਨੇ, ਜਿਸ ਤਰ੍ਹਾਂ ਕੁਰਾਨ ਕਹਿ ਰਿਹਾ ਰਸੂਲੁਨ ਇਲਾ ਬਨੀ ਇਸਰਾਈਲ, ਅਤੇ ਉਹਨਾਂ ਨੇ ਵਾਪਸ ਜਿਹੜਾ ਉਹ ਸਿਰਫ ਜਿਹੜਾ ਬਨੀ ਇਸਰਾਈਲ ਵਾਸਤੇ ਆਉਣਾ, ਯਾਨੀ ਈਸਾਈਆਂ ਨੂੰ ਆ ਕੇ ਦੱਸਣਾ ਹੈ ਕਿ ਮੈਂ ਜਿਹੜਾ ਨਾ ਖੁਦਾ ਦਾ ਬੇਟਾ ਨਹੀਂ ਹਾਂ। ਔਰ ਫਿਰ ਉਹਨਾਂ ਨੇ ਆ ਕੇ ਈਸਾਈਆਂ ਦੀ ਜਿਹੜੀ ਹੈ ਤਰਬੀਅਤ ਕਰਨੀ ਹੈ। ਯਾਨੀ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਉਹ ਸਾਰੀ ਦੁਨੀਆ ਵਾਸਤੇ ਨਹੀਂ, ਬਨੀ ਇਸਰਾਈਲ ਵਾਸਤੇ ਹੈ ਹੀ ਨਹੀਂ। ਨਾ ਯਹੂਦੀਆਂ ਦੇ ਉਹ ਨਬੀ ਨੇ ਅਤੇ ਨਾ ਹੀ ਉਹ ਈਸਾਈਆਂ ਵਾਸਤੇ ਨਬੀ ਨੇ। ਕੈਸੀ ਬੇਵਕੂਫਾਂ ਵਾਲੀ ਗੱਲਾਂ ਕਰਦੇ ਨੇ। ਅਤੇ ਫਿਰ ਜਿਹੜੇ ਬਹੁਤ ਸਾਰੇ ਆਲਮਾ ਨੇ ਉਹ ਆਪਣੀ ਆਪਣੀ ਤਸ਼ਰੀਹ ਕਰਦੇ ਨੇ। ਮਸਲਨ ਜਿਹੜਾ ਡਾਕਟਰ ਜ਼ਾਕਿਰ ਨਾਇਕ ਹੈ, ਉਹ ਕਹਿੰਦਾ ਹੈ ਕਿ ਈਸਾ ਅਲੈਹਿਸਲਾਮ ਨੇ ਜ਼ਰੂਰ ਅਸਮਾਨ ਤੋਂ ਆਉਣਾ, ਚੌਥੇ ਅਸਮਾਨ 'ਤੇ ਬੈਠੇ ਦੇ ਨੇ। ਜਿਸ ਲਈ ਉਹ ਆਉਣਗੇ, ਉਹ ਸਾਰੇ ਜਿਹੜੇ ਈਸਾਈ ਨੇ ਉਹਨਾਂ ਨੂੰ ਲੱਥਦਿਆਂ ਤੱਕਣਗੇ, ਅਤੇ ਜਿਸ ਲਈ ਈਸਾ ਅਲੈਹਿਸਲਾਮ ਥੱਲੇ ਆਉਣਗੇ ਅਤੇ ਆ ਕੇ ਕਹਿਣਗੇ ਕਿ ਦੇਖੋ ਦੇਖੋ ਮੈਂ ਤਾਂ ਇਨਸਾਨ ਹਾਂ, ਮੈਂ ਤਾਂ ਖੁਦਾ ਦਾ ਪੁੱਤਰ ਨਹੀਂ ਹਾਂ। ਜਿਸ ਲਈ ਇੰਨੀ ਗੱਲ ਕਰਨਗੇ ਅਤੇ ਸਾਰੇ ਜਿੰਨੇ ਈਸਾਈ ਹੈ ਨੇ ਉਹ ਸਾਰੇ ਜਿਹੜੇ ਨੇ ਉਹ ਤਸਲੀਬ ਜਿਹੜੀ ਹੈ, ਤਸਲੀਸ ਯਾਨੀ ਸਲੀਬ ਜਿਹੜੀ ਹੈ ਉਸਦੇ ਉੱਤੋਂ ਬਿਲਕੁਲ ਇਨਕਾਰੀ ਹੋ ਜਾਣਗੇ, ਅਤੇ ਸਲੀਬ ਜਿਹੜੀ ਟੁੱਟ ਭੱਜ ਕੇ ਥੱਲੇ ਡਿੱਗ ਪਵੇਗੀ। ਫਿਰ ਸਾਡੇ ਡਾਕਟਰ ਇਸਰਾਰ ਅਹਿਮਦ ਸਾਹਿਬ ਨੇ ਉਹ ਤਾਂ ਕਹਿੰਦੇ ਨੇ ਕਿ ਆਖਰੀ ਨਬੀ ਜਿਹੜਾ ਹੈ ਅਤੇ ਬੜਾ ਬੋਂਡਾ ਜਿਹਾ ਲਫ਼ਜ਼ ਹੈ। ਆਖਰੀ ਨਬੀ 'ਚ ਹੋਣ ਦੀ ਤਾਂ ਕੋਈ ਫਜ਼ੀਲਤ ਨਹੀਂ। ਜਿਹੜਾ ਇੱਕ ਨਬੂਵਤ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਹੈ ਉਹ ਆਦਮ ਅਲੈਹਿਸਲਾਮ ਤੋਂ ਸ਼ੁਰੂ ਹੋਇਆ ਹੈ ਅਤੇ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ 'ਤੇ ਖ਼ਤਮ ਹੋ ਗਿਆ। ਅਤੇ ਜਿਹੜਾ ਪਹਿਲਾ ਨਬੀ ਸੀ ਜਿਹਨੇ ਆ ਕੇ ਅਤੇ ਨਬੂਵਤ ਸ਼ੁਰੂ ਕੀਤੀ ਹੈ ਉਹ ਅਫਜ਼ਲ ਹੈ ਕਿ ਆਖਰੀ ਨਬੀ? ਅਤੇ ਆਖਰੀ ਨਬੀ ਹੋਣ ਦੀ ਤਾਂ ਕੋਈ ਫਜ਼ੀਲਤ ਨਹੀਂ। ਲੇਕਿਨ ਨਾਲ ਹੀ ਅੱਬੀ ਕਹਿੰਦੇ ਨੇ ਕਿ ਇਸਲਾਮ ਦੀ ਨਸ਼ਅਤ ਸਾਨੀਆ ਜਿਹੜੀ ਹੈ, ਯਾਨੀ ਦੁਬਾਰਾ ਜ਼ਿੰਦਾ ਹੋਣ ਦਾ ਜਿਹੜਾ ਵਕਤ ਹੈ, ਜਿਹੜਾ ਉਹ ਤਾਂ ਸਿਰਫ ਔਰ ਸਿਰਫ ਮੁਸਲਮਾਨਾਂ ਦੇ ਵਿੱਚ ਜਿਸ ਵੇਲੇ ਖਿਲਾਫਤ ਦਾ ਸਿਲਸਿਲਾ ਕਾਇਮ ਹੋ ਜਾਏਗਾ, ਉਸ ਵੇਲੇ ਜਿਹੜੀ ਹੈ ਨਾ ਇਸਲਾਮ ਜਿਹੜਾ ਸਾਰੀ ਦੁਨੀਆ 'ਤੇ ਫੈਲ ਜਾਏਗਾ। ਔਰ ਆਪਣੀ ਹੋਰ ਵੀ ਬੜੀ ਅਹਿਮ ਅਤੇ ਅਜੀਬ ਅਤੇ ਪਾਗਲਾਂ ਵਾਲੀਆਂ ਗੱਲਾਂ ਵੀ ਕੀਤੀ ਦੀਆਂ ਨੇ ਉਹਨਾਂ ਨੇ ਕਿ ਹਮ ਪਹਿਲੇ ਮੁਤਕੀ ਹੋ ਜਾएं, फिर हमारे हुक्मरान मुत्तकी हो जाएं, फिर हम उन्हें अपने पड़ोसियों को दावत दें इस्लाम कबूल करने की। अगर वो मान जाएं तो ठीक है,
वरना हम उन्हें कहेंगे कि उठो लड़ाई के लिए तैयार हो जाओ, और अगर वो सरेंडर कर दें तो उनसे जजिया लेकर उनको जाना छोड़ दिया जाए। ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਬਿਲਕੁਲ ਹੋਣ ਦੇ ਨਾਕਾਬਲ ਨੇ। ਨਾਲ ਇਹ ਵੀ ਮੰਨਦੇ ਨੇ ਕਿ ਜਿਹੜਾ ਨਾ ਉਹ ਖੁਰਾਸਾਨ ਵਿੱਚ ਜਿਹੜਾ ਉਹ ਮਹਿਦੀ ਪੈਦਾ ਹੋਏਗਾ, ਉਹ ਫਿਰ 70,000 ਆਦਮੀ ਲੈ ਕੇ ਹਿੰਦੁਸਤਾਨ ਉੱਤੇ ਹਮਲਾ ਕਰੇਗਾ ਔਰ ਸਾਰਾ ਹਿੰਦੁਸਤਾਨ ਜਿਹੜਾ ਉਹਨੂੰ ਫਤਿਹ ਕਰ ਲੇਗਾ। ਔਰ ਤਾਲਿਬਾਨ ਕਹਿੰਦੇ ਨੇ ਕਿ ਉਹ 70,000 ਅਸੀਂ ਹਾਂ। ਔਰ ਜਿਹੜਾ ਇਸ ਕਦਰ ਗੰਦ ਉਹਨਾਂ ਵਿੱਚ ਪੈਲਿਆ ਦਾ ਕਿ ਉਹ ਮੁਸਲਮਾਨ ਜਿਹੜਾ ਨਾ ਪਾਕਿਸਤਾਨ ਮੁਲਕ ਜਿਹੜਾ ਉਹਨਾਂ ਨੂੰ ਖ਼ਤਮ ਹੀ ਕਰਨਾ ਚਾਹੁੰਦਾ ਹੈ। ਹਰ ਵੇਲੇ ਜਿਹੜਾ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਗੰਦ ਪਾਇਆ ਦਾ, ਇੰਤਹਾਈ ਦਹਿਸ਼ਤਗਰਦੀ ਉਹਨਾਂ ਨੇ ਫੈਲਾਈ ਦੀ ਹੈ। ਲੇਕਿਨ ਉਹ ਸਮਝਦੇ ਨੇ ਕਿ ਇਹ ਆਦਮੀ ਨੇ ਜਿਨ੍ਹਾਂ ਨੇ ਜਿਹਾਦ ਕਰਨਾ ਹੈ ਔਰ ਹਿੰਦੁਸਤਾਨ ਨੂੰ ਫਤਿਹ ਕਰਨਾ ਹੈ। ਅਤੇ ਜਿਹੜੇ ਨੇ ਜਿਸ ਤਰ੍ਹਾਂ ਕਹਿੰਦੇ ਨੇ ਡਾਕਟਰ ਇਸਰਾਰ ਸਾਹਿਬ ਕਿ ਜਿਸਲੇ ਖਿਲਾਫਤ ਕਾਇਮ ਹੋ ਗਈ ਤਾਂ ਫਿਰ ਸਾਰੀ ਦੁਨੀਆ 'ਚ ਇਸਲਾਮ ਗਾਲਬ ਆ ਜਾਏਗਾ। ਅਜੀਬ ਗੱਲ ਹੈ ਕਿ ਨਬੂਵਤ ਤੋਂ ਬਗੈਰ ਹੀ ਜਿਹੜੀ ਹੈ ਉਹ ਖਿਲਾਫਤ ਇਕੱਠੀ ਹੋ ਜਾਏ। ਖਿਲਾਫਤ ਦਾ ਤਾਂ ਨਾ ਹੀ ਨਾਇਬ ਨਿਆਬਤ ਹੈ, ਔਰ ਜਦ ਤੱਕ ਨਬੀ ਨਾ ਹੋਵੇ ਉਸ ਵਕਤ ਤੱਕ ਖਿਲਾਫਤ ਹੋ ਹੀ ਨਹੀਂ ਸਕਦੀ। ਇਹ ਤਾਂ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਕਿ ਜਿਸਲੇ ਮੈਂ ਆਇਆ ਸਾਂ ਤਾਂ ਮੈਨੂੰ ਐਡਵਾਈਸ ਕੀਤੀ ਗਈ ਕਿ ਤੈਨੂੰ ਕੰਮ ਲੱਭੇ ਨਾ ਲੱਭੇ ਓਵਰ ਟਾਈਮ ਨਾ ਛੱਡੀ। ਤਾਂ यहाँ काम है ही नहीं है और वो कह रहे हैं कि खिलाफत कायम हो जाएगी। यार कोई नबी है ही नहीं और उनकी खिलाफत कायम हो जाए। किसकी खिलाफत? अगर मोहम्मद सल्लल्लाहु अलैहि वसल्लम की जो खिलाफत है तो जो मसीह मौऊद अलैहिस्सलाम की खिलाफत है वो तो रसूल करीम सल्लल्लाहु अलैहि वसल्लम की ही खिलाफत है। तो मैं दसना चाहना सा कि इन्हों के जोड़े तर्जमे ने ना नॉन प्रैक्टिकेबल ने, इन्हें किसी ते अमल हो ही नहीं सकता। फिर गांधी साहब आ गए, उन्होंने मंतक ही हो रहे, वो किसी हदीस नूं नहीं मनते, लेकिन एक हदीस नूं उन्होंने बनाया था जिहड़ा कुरान तो भी उन्होंने ज़्यादा अफजल है। वो कहते ने कि रसूल करीम ने कहा कि ला यबका मिनन नबूवत इल्लल मुबशरात, कि कुरान का हुण कख बाकी जरा नबूवत का कुछ भी बाकी नहीं बचा सिवाए मुबशर ख्वाबां दे। हुण एवे कि जिहड़ा अल्लाह ताला किसी नूं जवाब दिंदा, मैं पिछले विच दस्सिया सी कि खुदा ताला कुरान करीम विच बार बार ये कह रहा कि मैं तुहाडे नाल गल करना, मैं तुहानूं जवाब दिन्ना, मैं तुहाडे ते फरिश्ते नादल करना अगर तुसीं सही मुसलमान हो और अल्लाह ते यकीन रखदे हो। ਉਹਦੇ 'ਤੇ ਉਹ ਗੱਲਾਂ ਜਿਹੜੀਆਂ ਨੇ ਉਹ ਮੰਨਦੇ ਹੀ ਨਹੀਂ। ਫਿਰ ਉਹ ਕਹਿੰਦੇ ਨੇ ਕਿ ਈਸਾ अलैहिस्सलाम ਤੇ ਫੌਤ ਹੋ ਗਏ ਦੇ ਨੇ। ਗਾਂਧੀ ਸਾਹਿਬ ਦੇ ਨਜ਼ਦੀਕ ਤੇ ਨਾ ਹੁਣ ਕਿਸੇ ਈਸਾ ਨੇ ਆਉਣਾ, ਨਾ ਕਿਸੇ ਮਹਿਦੀ ਨੇ ਆਉਣਾ, ਕਿਸੇ ਕਿਸਮ ਦਾ ਕੋਈ ਆਦਮੀ ਨਹੀਂ ਆਉਣਾ। ਹੁਣ ਜੋ ਕੁਝ ਹਦਾਇਤ ਆ ਚੁੱਕੀ ਹੈ ਉਸੇ 'ਤੇ ਅਮਲ ਕਰੋ, ਉਹ ਤੁਹਾਡਾ ਹੋਰ ਕੋਈ ਵੀ ਤੁਹਾਨੂੰ ਜਿਹੜਾ ਸਿੱਧੀ ਰਾਹ ਦੱਸਣ ਵਾਸਤੇ ਕੋਈ ਨਹੀਂ ਆਏਗਾ, ਕਿਆਮਤ ਤੱਕ ਕੋਈ ਨਹੀਂ ਆਉਣਾ। ਔਰ ਈਸਾ अलैहिस्सलाम ਦੇ ਬਾਰੇ 'ਚ ਕਹਿੰਦੇ ਨੇ ਕਿ ਜਿਹੜਾ ਕੁਰਾਨ ਸ਼ਰੀਫ 'ਚ ਆਇਆ ਇੰਨੀ ਮੁਤਵੱਫੀ ਕਾ व राफ़ियों का इलैया, ਇਹਦਾ ਮਤਲਬ ਹੈ ਕਿ ਮੈਂ ਤੈਨੂੰ ਵਫਾਤ ਦਿਆਂਗਾ, ਉਸ ਤੋਂ ਬਾਅਦ ਜਿਹੜਾ ਹੈ ਉਹ ਤੈਨੂੰ ਅਸਮਾਨ 'ਤੇ ਚੁੱਕ ਲਾਂਗਾ। ਉਹ ਕਹਿੰਦੇ ਨੇ ਕਿ ਈਸਾ अलैहिस्सलाम ਫੌਤ ਹੋ ਗਏ ਨੇ ਅਤੇ ਅੱਲਾਹ ਤਾਲਾ ਨੇ ਉਹਨਾਂ ਦੀ ਡੈੱਡ ਬਾਡੀ ਅਸਮਾਨ 'ਤੇ ਚੁੱਕੀ ਦੀ ਹੈ। ਅਤੇ ਡੈੱਡ ਬਾਡੀ ਇਸ ਵਾਸਤੇ ਚੁੱਕੀ ਹੈ ਕਿ ਅਸਮਾਨਾਂ 'ਤੇ ਲੈ ਗਿਆ, ਇਸ ਵਾਸਤੇ ਕਿ ਜਿਹੜੇ ਯਹੂਦੀ ਨੇ ਉਹ ਇਸ ਡੈੱਡ ਬਾਡੀ ਦੀ ਬੇਹੁਰਮਤੀ ਨਾ ਕਿਧਰੇ ਕਰਦੇ ਹਨ। ਅਜੀਬ ਹੀ ਮੰਤਕ ਹੈ, ਅਜੀਬ ਹੀ ਜਿਹੜਾ ਨਾ ਉਹਨਾਂ ਦਾ ਖਿਆਲਾਤ ਨੇ। ਇਸੇ ਤਰ੍ਹਾਂ ਹੀ ਜਿਹੜਾ ਡਾਕਟਰ ਇਕਬਾਲ ਸਾਹਿਬ ਨੇ, ਜਿਨ੍ਹਾਂ ਨੂੰ ਬਾਅਦ ਲੋਕ 14ਵੀਂ ਸਦੀ ਦਾ ਮੁਜੱਦਦ ਵੀ ਕਹਿੰਦੇ ਨੇ, ਉਹਨਾਂ ਨੇ ਆਪਣੇ ਕੁਰਾਨ ਜਿਹੜੀ ਹੈ ਨਾ ਉਹ ਆਪਣੀ ਨਵੀਂ ਤਸ਼ਰੀਹ ਪੇਸ਼ ਕਰਤੀ ਹੈ। ਉਹ ਹਾਲਾਂਕਿ ਉਹ ਈਸਾ अलैहिस्सलाम ਦੀ ਵਫਾਤ ਦੇ ਕਾਇਲ ਨੇ ਔਰ ਕਿਸੇ ਹਦੀਸ ਨੂੰ ਵੀ ਨਹੀਂ ਮੰਨਦੇ, ਕਿਉਂਕਿ ਡਾਕਟਰ ਸਾਹਿਬ ਕਹਿੰਦੇ ਨੇ ਅਲਾਮਾ ਇਕਬਾਲ ਸਾਹਿਬ ਕਿ ਜਿਹੜੇ ਨੇ 150 ਸਾਲ ਬਾਅਦ 200 ਸਾਲ ਬਾਅਦ ਇਕੱਠੀਆਂ ਹੋਈਆਂ ਨੇ ਹਦੀਸਾਂ,
ਔਰ ਸਾਰੇ ਹਦੀਸਾਂ ਇਕੱਠੀਆਂ ਕਰਨ ਵਾਲੇ ਜਿਹੜੇ ਨੇ ਉਹ ਇੱਕ ਵੀ ਅਰਬੀ ਨਹੀਂ ਸੀ। ਉਹ ਤਾਂ ਸਾਰੇ ਹੀ ਈਰਾਨ ਅਤੇ ਅਫਗਾਨਿਸਤਾਨ ਜਿਹੜੇ ਨੇ ਉਹ ਉਤਲੇ ਇਲਾਕਾ ਜਿਹੜਾ ਵਸਤੀ ਏਸ਼ੀਆ ਕਹਿਲਾਉਂਦਾ ਉਹਦੇ ਸਨ। ਇਸ ਵਾਸਤੇ ਉਹ ਤਾਂ ਕਾਬਲੇ ਇਤਬਾਰ ਹੈ ਹੀ ਨਹੀਂ। ਫਿਰ ਜਿਹੜਾ ਨਾ ਉਹ ਇੱਕ ਹੋਰ ਜਿਹੜਾ ਖਤਮੇ ਨਬੂਵਤ ਦਾ ਇੱਕ ਹੋਰ ਤਰਜਮਾ ਪੇਸ਼ ਕਰਦੇ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਅੱਲਾਹ ਤਾਲਾ ਨੇ ਨਬੀ ਬਣਾਉਣਾ ਸ਼ੁਰੂ ਕੀਤਾ, ਲੋਕਾਂ ਦੀ ਹਦਾਇਤ ਦੇਣੀ ਸ਼ੁਰੂ ਕੀਤੀ, ਉਸ ਵੇਲੇ ਉਹ ਲੋਕ ਸਨ ਜਿਹੜੇ ਬਿਲਕੁਲ ਜੰਗਲੀ, ਉਹਨਾਂ 'ਚ ਕੋਈ ਤਮੀਜ਼ ਨਹੀਂ ਸੀ, ਕਿਸੇ ਕਿਸਮ ਦੇ ਕੋਈ ਅਖਲਾਕੀਆਤ ਨਹੀਂ ਸੀ। ਉਹ ਬਿਲਕੁਲ ਜਾਨਵਰਾਂ ਦੀ ਤਰ੍ਹਾਂ ਰਹਿ ਸਕਦੇ ਸਨ। ਅਤੇ ਉੱਥੋਂ ਅੱਲਾਹ ਤਾਲਾ ਨੇ ਨਬੂਵਤ ਸ਼ੁਰੂ ਕੀਤੀ ਔਰ ਲਿਆਂਦਿਆਂ ਇਰਤਕਾ ਹੁੰਦਾ ਗਿਆ। ਔਰ ਫਿਰ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਜ਼ਮਾਨੇ ਤੱਕ ਆ ਕੇ ਜਿਸਲੇ ਸਾਰੀ ਜਿਹੜੀ ਹੈ ਇਨਸਾਨ ਦੀ ਅਕਲ ਜਿਹੜੀ ਹੈ ਕਾਮਲ ਹੋ ਗਈ। ਔਰ ਇਸ ਵਾਸਤੇ ਉਸ ਤੋਂ ਬਾਅਦ ਹੁਣ ਜਿਹੜਾ ਨਬੂਵਤ ਦਾ ਸਿਲਸਿਲਾ ਹੀ ਖ਼ਤਮ ਹੋ ਗਿਆ, ਕਿਉਂਕਿ ਹੁਣ ਇਨਸਾਨ ਆਪਣੀ ਅਕਲ ਨਾਲ ਕੰਮ ਲੈ ਸਕਦਾ ਹੈ। ਉਹਦੀ ਸ਼ਊਰ ਇੰਨਾ ਤੇਜ਼ ਹੋ ਗਿਆ ਦਾ ਕਿ ਹੁਣ ਉਹਨੂੰ ਕਿਸੇ ਖੁਦਾ ਤਾਲਾ ਦੀ ਜਿਹੜੀ ਹੈ ਗਾਈਡੈਂਸ ਦੀ ਜ਼ਰੂਰਤ ਰਹੀ ਨਹੀਂ। ਇਸ ਵਾਸਤੇ ਜਿਹੜਾ ਨਾ ਖਤਮੇ ਨਬੂਵਤ ਦਾ ਇਹ ਮਤਲਬ ਲੈਂਦੇ ਨੇ ਕਿ ਹੁਣ ਜਿਹੜੀ ਨਬੂਵਤ ਹੈ ਉਹਦਾ ਸਿਲਸਿਲਾ ਹੀ ਖ਼ਤਮ ਹੋ ਚੁੱਕਾ ਹੈ। ਹੁਣ ਕੋਈ ਨਬੀ ਨਾ ਪੈਦਾ ਹੋ ਸਕਦਾ ਨਾ ਹੋਏਗਾ, ਕਿਉਂਕਿ ਇਨਸਾਨ ਦੀ ਅਕਲ ਕਾਮਲ ਹੋ ਚੁੱਕੀ ਹੈ। ਇੰਨਾ ਲਿਲਾਹਿ ਵ ਇੰਨਾ ਇਲੈਹਿ ਰਾਜਿਊਨ। ਉਹਨਾਂ ਨੂੰ ਇੰਨਾ ਹੀ ਪਤਾ ਨਹੀਂ ਕਿ ਇਨਸਾਨ ਦੀ ਜਿਹੜੀ ਅਕਲ ਹੈ ਉਹ ਕਦੀ ਵੀ ਇਨਸਾਨ ਨੂੰ ਅੱਲਾਹ ਤੱਕ ਨਹੀਂ ਪਹੁੰਚਾਉਂਦੀ। ਅੱਲਾਹ ਤਾਲਾ 'ਤੇ ਪਹੁੰਚਣ ਵਾਸਤੇ ਹਮੇਸ਼ਾ ਔਰ ਜਿਹੜੇ ਨਬੀ ਦੀ ਜਿਹੜੀ ਗਾਈਡੈਂਸ ਹੈ ਉਹ ਜ਼ਰੂਰੀ ਹੈ। ਜਦੋਂ ਵੀ ਇਨਸਾਨ ਨੇ ਆਪਣੀ ਅਕਲ ਕੋਲ ਕੰਮ ਲਿਆ ਅਤੇ ਉਹ ਅਦਾਰੀਆ ਹੀ ਹੋਇਆ। ਉਹ ਤਾਂ ਕਦੀ ਵੀ ਜਿਹੜਾ ਅੱਲਾਹ ਤੱਕ ਨਹੀਂ ਪਹੁੰਚਿਆ। ਅੱਲਾਹ ਤੱਕ ਪਹੁੰਚਣ ਵਾਸਤੇ ਸਿਰਫ ਔਰ ਸਿਰਫ ਜਿਹੜਾ ਅੱਲਾਹ ਤਾਲਾ ਨੇ ਸਿਲਸਿਲਾ ਸ਼ੁਰੂ ਕੀਤਾ ਹੈ ਉਹ ਤਾਂ ਨਬੂਵਤ ਦਾ ਹੈ। ਔਰ ਹੁਣ ਤਾਂ ਮੁਹੰਮਦ ਰਸੂਲੁল্লাਹ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਹੈ ਇਤਬਾਅ ਕਰਕੇ, ਜਿਹੜਾ ਉਹਦੀ ਤਾਬੇਦਾਰੀ ਕਰਕੇ, ਮੁਕੰਮਲ ਇਤਾਅਤ ਕਰਕੇ, ਸਿਰਫ ਔਰ ਸਿਰਫ ਉਹੀ ਆਦਮੀ ਜਿਹੜਾ ਉਹਦਾ ਡਾਇਰੈਕਟ ਅੱਲਾਹ ਤਾਲਾ ਨਾਲ ਤਾਲੁਕ ਹੋ ਸਕਦਾ ਹੈ, ਜਿਹਦੇ ਨਾਲ ਖੁਦਾ ਤਾਲਾ ਗੱਲਾਂ ਵੀ ਕਰ ਸਕਦਾ ਹੈ। ਜਿਹੜਾ ਕੁਰਾਨ ਸ਼ਰੀਫ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਅੱਲਾਹ ਤਾਲਾ ਉਹਨਾਂ ਦੇ ਉੱਤੇ ਹਮ ਕਲਾਮ ਹੁੰਦਾ ਹੈ। ਉਹ ਸਿਰਫ ਔਰ ਸਿਰਫ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਕਾਮਲ ਇਤਾਅਤ ਦੇ ਨਾਲ ਜਿਹੜਾ ਨਾ ਬਣ ਸਕਦਾ ਹੈ। ਕਾਮਲ ਇਤਾਅਤ ਦਿੱਤੇ ਬਗੈਰ ਕੋਈ ਇੱਕ ਸ਼ਖਸ ਵੀ ਜਿਹੜਾ ਉਹ ਖੁਦਾ ਤਾਲਾ ਨਾਲ ਤਾਲੁਕ ਕਾਇਮ ਹੋ ਹੀ ਨਹੀਂ ਸਕਦਾ। ਮੈਂ ਇੱਥੇ ਹੀ ਗੱਲ ਖ਼ਤਮ ਕਰਨਾ, ਵੀਡੀਓ ਲੰਮੀ ਹੋ ਗਈ ਹੈ। ਇੱਥੇ ਹੀ ਤੁਹਾਡੀ ਤਰਫੋਂ ਮੈਂ ਇਜਾਜ਼ਤ ਲੈਣਾ ਅਤੇ ਰੱਬ ਰਾਖਾ ਅਤੇ ਅਸਲਾਮ ਅਲੈਕੁਮ ਵਰਹਿਮਤੁল্লাਹ।